Hello everyone, welcome to your own favorite learning channel, True Stone English Guru. Today I'm really excited to share some valuable speaking tips with you. Whether you are aiming for a high score or simply looking to boost your confidence, I'll be covering some effective strategies along with examples that will help you to enhance your fluency and coherence. So, by using these tips, you'll be better equipped to express yourself accurately and impress your examiner. So, without any further delay, let's jump to tip number one. ਸੋ ਟਿਪ ਨੰਬਰ 1 ਇਜ਼ ਯੂਜ਼ ਕਨੈਕਟਰਸ। ਹੁਣ ਕਨੈਕਟਰਸ ਯੂਜ਼ ਕਰਨ ਦੇ ਦੋ ਫਾਇਦੇ ਨੇ। ਇੱਕ ਤਾਂ ਤੁਹਾਡੀ ਹੈਜ਼ਿਟੇਸ਼ਨ ਘਟੇਗੀ, ਦੂਸਰਾ ਤੁਹਾਡੀ ਕੋਹਰੈਂਸ ਵਧੇਗੀ ਸੈਂਟੈਂਸ। ਹੁਣ ਹੈਜ਼ਿਟੇਸ਼ਨ, ਸਾਰੇ ਬੱਚੇ ਹੈਜ਼ਿਟੈਂਟ ਹੁੰਦੇ ਨੇ, ਨਰਵਸ ਹੁੰਦੇ ਨੇ, ਸਕੈਰਡ ਫੀਲ ਕਰਦੇ ਨੇ। ਸੋ ਜੇ ਤੁਸੀਂ ਕਨੈਕਟਰਸ ਯੂਜ਼ ਕਰੋਗੇ ਤਾਂ ਤੁਹਾਡੀ ਹੈਜ਼ਿਟੇਸ਼ਨ ਘਟ ਜਾਏਗੀ, ਤੁਹਾਨੂੰ ਸੋਚਣ ਦਾ ਟਾਈਮ ਮਿਲ ਜਾਏਗਾ। ਦੂਸਰਾ ਇਜ਼ ਕੋਹਰੈਂਸ। ਹੁਣ ਕੋਹਰੈਂਸ ਕੀ ਹੈ? ਕੋਹਰੈਂਸ ਦਾ ਜ਼ਿਆਦਾਤਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ। ਬੇਸਿਕਲੀ ਕੋਹਰੈਂਸ ਹੈ ਲੌਜੀਕਲ ਫਲੋ ਆਫ ਦੀ ਆਈਡੀਆਜ਼। ਸੋ ਜਿਹੜੇ ਵੀ ਤੁਸੀਂ ਆਈਡੀਆਜ਼ ਦੇਣੇ ਨੇ, ਜਿਹੜੇ ਸੈਂਟੈਂਸਸ ਅਸੀਂ ਯੂਜ਼ ਕਰਨੇ, ਉਹਨਾਂ 'ਚ ਜਦ ਅਸੀਂ ਲਿੰਕ ਸਥਾਪਿਤ ਕਰਦੇ ਨੇ, ਜਦ ਉਹਨਾਂ ਦਾ ਕਨੈਕਸ਼ਨ ਬਣ ਜਾਂਦਾ ਕਨੈਕਟਰਸ ਦੇ ਨਾਲ, ਉਹ ਕੋਹਰੈਂਸ ਉਹਦੇ ਵਿੱਚ ਪੈਦਾ ਹੋ ਜਾਂਦੀ ਹੈ। ਐਂਡ ਕੋਹਰੈਂਸ ਇਜ਼ ਵੈਰੀ ਇੰਪੋਰਟੈਂਟ ਬਿਕਾਜ਼ ਜਦ ਤੁਹਾਡੇ ਸੈਂਟੈਂਸਸ 'ਚ ਕੋਹਰੈਂਸ ਹੈ ਤੇ ਐਗਜ਼ਾਮੀਨਰ ਇੱਕ ਨੇਟਿਵ ਸਪੀਕਰ ਵਾਂਗੂ ਤੁਸੀਂ ਸਾਊਂਡ ਕਰਦੇ ਹੋ ਔਰ ਐਗਜ਼ਾਮੀਨਰ ਇੰਪ੍ਰੈਸ ਹੁੰਦਾ ਹੈ ਕਨੈਕਟਰਸ ਦੇ ਨਾਲ। ਹੁਣ ਜਿਵੇਂ ਇੱਕ ਐਗਜ਼ਾਮਪਲ ਦੇਖੋ, ਮੈਂ ਇੱਕ ਪੰਜਾਬੀ ਜਿੱਦਾਂ ਸੈਂਟੈਂਸ ਹੈ ਕਿ ਜਦ ਮੈਨੂੰ ਮੰਨ ਲਓ ਕਿਸੇ ਨੇ ਕੁਝ ਪੁੱਛਿਆ ਕਿ ਕਿਸੇ ਫੰਕਸ਼ਨ ਤੇ ਇਨਵਾਈਟ ਕੀਤਾ, ਮੈਂ ਨਹੀਂ ਜਾ ਪਾਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਹਾਂਜੀ ਤੁਸੀਂ ਮੈਨੂੰ ਬੁਲਾਇਆ ਤਾਂ ਸੀ ਪਰ ਮੈਂ ਨਹੀਂ ਆ ਸਕੀ ਕਿਉਂਕਿ ਮੈਂ ਬਿਮਾਰ ਸੀ। ਹੁਣ ਇਹ 'ਚ ਮੈਂ ਤਿੰਨ ਸੈਂਟੈਂਸਸ ਯੂਜ਼ ਕੀਤੇ ਕਿ ਮੈਂ ਨਹੀਂ ਆ ਸਕੀ, ਤੁਸੀਂ ਮੈਨੂੰ ਬੁਲਾਇਆ ਸੀ, ਮੈਂ ਨਹੀਂ ਆ ਸਕੀ, ਮੈਂ ਬਿਮਾਰ ਸੀ। ਦੇਖੋ ਤਿੰਨ ਸੈਂਟੈਂਸ ਨੇ, ਪਰ ਜੇ ਮੈਂ ਇਕੱਲੇ ਸੈਂਟੈਂਸ ਬੋਲਦਾ ਤਿੰਨ ਸੈਂਟੈਂਸ, ਇਹਦਾ ਸੈਂਸ ਨਹੀਂ ਬਣਦਾ। ਪਰ ਜਿਹਦੇ ਵਿੱਚ ਮੈਂ ਲਗਾਵਾਂ ਤੁਸੀਂ ਬੁਲਾਇਆ ਸੀ ਪਰ ਮੈਂ ਨਹੀਂ ਆ ਸਕੀ ਕਿਉਂਕਿ ਮੈਂ ਬਿਮਾਰ ਸੀ। ਹੁਣ ਇਹ ਪਰ ਤੇ ਕਿਉਂਕਿ ਇਹ ਕਨੈਕਟਰਸ ਨੇ ਜਿਨ੍ਹਾਂ ਨੇ ਤਿੰਨਾਂ ਲਾਈਨਾਂ ਨੂੰ ਕਨੈਕਟ ਕਰਤਾ, ਇੱਕ ਲੌਜੀਕਲ ਫਲੋ ਬਣ ਗਿਆ ਔਰ ਬੰਦੇ ਨੂੰ ਗੱਲ ਸਮਝ ਲੱਗ ਗਈ ਵੀ ਹਾਂਜੀ ਵੀ ਤੁਸੀਂ ਕਿਉਂ ਨਹੀਂ ਆਏ ਤੇ ਤੁਸੀਂ ਬਿਮਾਰ ਸੀ। ਕਨੈਕਸ਼ਨ ਬਣ ਗਿਆ ਤਿੰਨੋਂ ਲਾਈਨਾਂ ਦਾ, ਤਿੰਨ ਅਲੱਗ-ਅਲੱਗ ਲਾਈਨਾਂ ਦਾ। ਇਦਾਂ ਹੀ ਅਸੀਂ ਜਦ ਇੰਗਲਿਸ਼ ਬੋਲਣੀ, ਅਸੀਂ ਜਦ ਐਗਜ਼ਾਮੀਨਰ ਨੂੰ ਆਪਣੇ ਜਵਾਬ ਦੇਣੇ ਨੇ ਤੇ ਉਹਦੇ ਵਿੱਚ ਅਸੀਂ ਕਨੈਕਟਰਸ ਨੂੰ ਯੂਜ਼ ਕਰਕੇ ਫਲੋ ਬਣਾਉਣਾ। ਜਿੰਨੇ ਵੀ ਸੈਂਟੈਂਸਸ ਯੂਜ਼ ਕਰਨੇ, ਬਹੁਤ ਤਰ੍ਹਾਂ ਦੇ ਕਨੈਕਟਰਸ ਨੇ। ਹੁਣ ਜਦ ਵੀ ਅਸੀਂ ਓਪੀਨੀਅਨ ਬੇਸਡ ਕੁਐਸਚਨਸ ਪੁੱਛਦੇ ਹਾਂ, ਓਪੀਨੀਅਨ ਬੇਸਡ ਕੁਐਸਚਨ ਐਗਜ਼ਾਮੀਨਰ ਜ਼ਰੂਰ ਤੁਹਾਨੂੰ ਪੁੱਛਦਾ ਹੈ ਜਿਸ 'ਚ ਤੁਹਾਡਾ ਓਪੀਨੀਅਨ ਪੁੱਛਿਆ ਜਾਂਦਾ ਹੈ। ਵਾਟ ਡੂ ਯੂ ਥਿੰਕ, ਵਾਟ ਡੂ ਯੂ ਬਿਲੀਵ। ਇੱਕ ਐਗਜ਼ਾਮਪਲ ਲਓ, do you think people should listen to music, do you think people should eat junk food, do you think people should pay taxes। ਕੋਈ ਵੀ ਕੁਐਸਚਨ ਆ, ਹੁਣ do you think, what do you believe, ਇਹ ਤੁਹਾਡੀ ਓਪੀਨੀਅਨ ਪੁੱਛੇ ਵੀ ਤੁਸੀਂ ਕੀ ਸੋਚਦੇ ਹੋ। ਹੁਣ ਇਹਦੇ 'ਚ ਅਸੀਂ ਕਨੈਕਟਰਸ ਯੂਜ਼ ਕਰਾਂਗੇ ਜਿਹਦੇ ਨਾਲ ਤੁਹਾਡੀ ਲਾਈਨ ਦੇ ਵਿੱਚ ਲਿੰਕ ਤਾਂ ਬਣ ਜਾਏਗਾ ਔਰ ਉਹਦੇ ਨਾਲ ਤੁਹਾਨੂੰ ਟਾਈਮ ਵੀ ਮਿਲੇਗਾ ਸੋਚਣ ਦਾ ਔਰ ਤੁਹਾਡੀ ਲਾਈਨ, ਸਿੰਪਲ ਲਾਈਨ ਬਹੁਤ ਹੀ ਬਿਊਟੀਫੁਲ ਹੋ ਜਾਏਗੀ ਔਰ ਡੈਫੀਨਿਟਲੀ ਤੁਹਾਡੇ ਬੈਂਡ ਸਕੋਰ ਜਿਹੜੇ ਨੇ ਉਹ ਅੱਛੇ ਤੁਹਾਨੂੰ ਮਿਲਣਗੇ। ਸੋ ਦੇਖਦੇ ਹਾਂ ਕਿ ਅਸੀਂ ਓਪੀਨੀਅਨ ਬੇਸਡ ਕੁਐਸਚਨਸ ਲਈ ਕਿਹੜੇ-ਕਿਹੜੇ ਕਨੈਕਟਰਸ ਦਾ ਯੂਜ਼ ਕਰਨਾ ਹੈ। ਸੋ ਓਪੀਨੀਅਨ ਬੇਸਡ ਕੁਐਸਚਨ ਲਈ ਇਹ ਜਿਹੜੇ ਕਨੈਕਟਰਸ ਨੇ, ਤੁਸੀਂ ਆਪਣੇ ਆਨਸਰ ਦੀ ਬਿਗਨਿੰਗ ਦੇ ਵਿੱਚ ਬੋਲਣੇ ਨੇ, ਸਟਾਰਟਿੰਗ ਦੇ ਵਿੱਚ ਬੋਲਣੇ ਨੇ। ਕਨੈਕਟਰਸ ਦੇਖੋ, ਇਨ ਮਾਈ ਵਿਊ, ਟੂ ਮਾਈ ਮਾਈਂਡ ਐਂਡ ਟੂ ਮਾਈ ਨੌਲੇਜ। ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਨੈਕਟਰ ਯੂਜ਼ ਕਰ ਸਕਦੇ ਹੋ। ਇਹਨਾਂ ਦਾ ਮਤਲਬ ਹੈ ਕਿ ਮੇਰੀ ਸੋਚ ਦੇ ਮੁਤਾਬਿਕ। ਇਨ ਮਾਈ ਵਿਊ ਵੀ ਮੈਂ ਇਹ ਸੋਚਦਾ, ਟੂ ਮਾਈ ਨੌਲੇਜ, ਟੂ ਮਾਈ ਮਾਈਂਡ ਮੇਰੇ ਹਿਸਾਬ ਦੇ ਨਾਲ, ਮੇਰੀ ਨੌਲੇਜ ਦੇ ਹਿਸਾਬ ਨਾਲ ਇਹ ਕਨੈਕਟਰਸ ਹਨ। ਇਨ ਮਾਈ ਓਪੀਨੀਅਨ, ਰਾਈਟ। ਫਿਰ as far as dash is concerned, so as far as dash, ਇੱਥੇ dash ਅਸੀਂ ਟੌਪਿਕ ਲੈ ਲਾਂਗੇ ਜਿਸ ਟੌਪਿਕ ਤੇ ਕੁਐਸਚਨ ਪੁੱਛਿਆ ਹੈ। ਜੇ ਕੁਐਸਚਨ ਹੈ do you think everyone should exercise, so as far as exercise is concerned, as far as listening to music is concerned, so ਅਸੀਂ ਟੌਪਿਕ ਆਪਣਾ ਕੁਐਸਚਨ ਇਹਦੇ ਵਿੱਚ ਪਾ ਲਾਂਗੇ। ਇੱਕ ਹੋਰ ਹੈ so far as dash is concerned, so as far as ਦੀ ਜਗ੍ਹਾ ਤੁਸੀਂ so far as ਵੀ ਯੂਜ਼ ਕਰ ਸਕਦੇ ਹੋ ਔਰ ਇਹਨਾਂ ਕਨੈਕਟਰਸ ਤੁਸੀਂ ਆਪਣੇ ਆਨਸਰ ਦੀ ਬਿਗਨਿੰਗ 'ਚ ਯੂਜ਼ ਕਰਨਾ ਹੈ ਐਂਡ ਕੋਈ ਵੀ ਇੱਕ ਕਨੈਕਟਰ ਤੁਸੀਂ ਯੂਜ਼ ਕਰਨਾ ਹੈ ਇਹਨਾਂ ਦੇ ਵਿੱਚੋਂ, ਰਾਈਟ। ਸੋ ਕਨੈਕਟਰਸ ਟੂ ਐਡ ਆਈਡੀਆਜ਼। ਹੁਣ ਤੁਸੀਂ ਆਨਸਰ ਸ਼ੁਰੂ ਕਰ ਲਿਆ, ਉਸ ਤੋਂ ਬਾਅਦ ਤੁਸੀਂ ਹੋਰ ਕੋਈ ਆਈਡੀਆ ਨਾਲ ਐਡ ਕਰਨਾ ਹੈ। ਉਹਦੇ ਲਈ ਤੁਸੀਂ ਦੇਖੋ, ਔਨ ਦ ਟੌਪ ਆਫ ਦੈਟ, in the same vein, additionally, I would also add that, furthermore, what's more, and also। ਇਹ ਜਿਹੜੇ ਕਨੈਕਟਰਸ ਨੇ, ਇੱਕ ਆਈਡੀਆ ਦੇਣ ਤੋਂ ਬਾਅਦ ਹੋਰ ਤੁਸੀਂ ਇੱਕ ਐਕਸਪ੍ਰੈਸ਼ਨ ਦੇਣਾ, ਹੋਰ ਇੱਕ ਕੁਝ ਐਕਸਪ੍ਰੈਸ ਕਰਨਾ, ਉਹਦੇ ਨਾਲ ਤੁਸੀਂ ਇਹਨੂੰ ਤੁਸੀਂ ਯੂਜ਼ ਕਰੋਗੇ। ਇਹ ਸਾਰੇ ਕਨੈਕਟਰਸ ਨੂੰ ਐਨੀ ਵਨ ਯੂ ਕੈਨ ਯੂਜ਼। ਨਾਓ ਕਨੈਕਟਰਸ ਟੂ ਕੰਟਰਾਸਟ ਆਈਡੀਆਜ਼। ਹੁਣ ਕਈ ਵਾਰੀ ਅਸੀਂ ਜਿੱਦਾਂ ਹੁਣ ਕਹਿੰਦੇ ਆ, ਡੂ ਯੂ ਥਿੰਕ ਐਵਰੀਵਨ ਸ਼ੁੱਡ ਈਟ ਜੰਕ ਫੂਡ ਜਾਂ ਪੀਪਲ ਸ਼ੁੱਡ ਈਟ ਜੰਕ ਫੂਡ। ਹੁਣ ਇਹ 'ਚ ਤੁਸੀਂ ਜੰਕ ਫੂਡ ਦੀ ਗੱਲ ਕਰਕੇ ਉਸ ਵਿੱਚ ਕਹਿੰਦੇ ਪਰ ਮੈਂ ਬਿਲੀਵ ਕਰਦਾ ਕੰਟਰਾਸਟ ਕਿ ਜੰਕ ਫੂਡ ਨਹੀਂ ਖਾਣੇ ਚਾਹੀਦੇ, ਉਹ ਇੱਕ ਕੰਟਰਾਸਟ ਆਈਡੀਆ ਹੋ ਗਿਆ। ਸੋ ਉਸ ਕੰਟਰਾਸਟਿੰਗ ਆਈਡੀਆਜ਼ ਲਈ ਅਸੀਂ ਇੱਕ ਕਨੈਕਟਰਸ ਦਾ ਇਸਤੇਮਾਲ ਕਰਾਂਗੇ। However,
In contrast, conversely, on the one hand and on the other hand, ਇੱਥੇ ਵੀ on the one hand ਅਸੀਂ ਇੱਕ ਆਈਡੀਆ ਦੇਵਾਂਗੇ, on the other hand ਅਸੀਂ ਉਹਦਾ ਹੀ opposite ਆਈਡੀਆ ਦੇ ਦਾਂਗੇ, right? So ਇਹ ਜਿਹੜੇ ਕਨੈਕਟਰਸ ਨੇ ਤੁਸੀਂ use ਕਰ ਸਕਦੇ ਹੋ ਆਪਣੇ opinion based questions ਲਈ. Let's have an example. Do you think it's important to spend time with friends? One example देखो. To my mind, it's something crucial because it helps us to rejuvenate. I haven't been spending time with my friends much lately. However, whenever we meet, we love to crack jokes and share our joys and sorrows. On the top of that, I think it's a great way to create lasting memories. ਹੁਣ ਤੁਸੀਂ ਦੇਖੋ ਅਸੀਂ ਆਈਡੀਆ ਸ਼ੁਰੂ ਕਰਨ ਤੋਂ ਪਹਿਲਾਂ ਟੂ ਮਾਈ ਮਾਈਂਡ ਦੱਸਤਾ ਕਿਉਂਕਿ ਐਗਜ਼ਾਮਨਰ ਨੇ ਪੁੱਛਿਆ ਕਿ ਤੁਹਾਨੂੰ ਲੱਗਦਾ ਹੈ ਕਿ ਫਰੈਂਡਸ ਨਾਲ ਟਾਈਮ ਸਪੈਂਡ ਕਰਨਾ ਜ਼ਰੂਰੀ ਹੈ ਟੂ ਮਾਈ ਮਾਈਂਡ ਕਰੈਕਟਰ ਲਾਤਾ ਇਹਦੀ ਜਗ੍ਹਾ ਤੁਸੀਂ ਐਜ਼ ਫਾਰ ਐਜ਼ ਸਪੈਂਡਿੰਗ ਟਾਈਮ ਵਿਦ ਫਰੈਂਡਸ ਇਜ਼ ਕੰਸਰਨਡ ਜਾਂ ਸੋ ਫਾਰ ਐਜ਼ ਵਾਲਾ ਵੀ ਲਗਾ ਸਕਦੇ ਹੋ ਕੋਈ ਵੀ ਕਰੈਕਟਰ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਬਿਕਾਜ਼ ਇਟ ਅਸੀਂ ਰੀਜ਼ਨ ਦੇਤਾ ਇਟ ਹੈਲਪਸ ਅਸ ਟੂ ਰੀਜੂਵਨੇਟ I haven't been spending time with my friends much lately. ਇਹ ਵੀ ਕਨੈਕਟਡ ਦੈਨ ਹਾਊਐਵਰ ਹੁਣ ਦੇਖੋ ਕੰਟਰਾਸਟ ਆ ਗਿਆ ਕਿ ਜਦ ਵੀ ਕਿ ਹਜੇ ਮੈਂ ਆਪਣੇ ਫਰੈਂਡਸ ਨਾਲ ਇੰਨਾ ਟਾਈਮ ਸਪੈਂਡ ਨਹੀਂ ਕਰ ਪਾ ਰਿਹਾ ਬਟ ਜਦ ਵੀ ਕੰਟਰਾਸਟਿੰਗ ਆਈਡੀਆ ਆ ਗਿਆ ਅਸੀਂ ਹਾਵਰ ਯੂਜ਼ ਕਰਤਾ ਜਦ ਵੀ ਮੈਂ ਆਪਣੇ ਫਰੈਂਡਸ ਨੂੰ ਮਿਲਦਾ ਅਸੀਂ ਜੋਕਸ ਕਰੈਕ ਕਰਦੇ ਹਾਂ ਅਸੀਂ ਆਪਣੇ ਜॉयਜ਼ ਐਂਡ ਸੋਰੋਜ਼ ਸ਼ੇਅਰ ਕਰਦੇ ਹਾਂ ਐਂਡ ਐਂਡ ਚ ਔਨ ਦ ਟੌਪ ਆਫ ਦੈਟ ਮੈਂ ਇੱਕ ਹੋਰ ਆਈਡੀਆ ਐਡ ਕੀਤਾ ਤੇ ਉੱਥੇ ਮੈਂ ਯੂਜ਼ ਕਰਤਾ ਔਨ ਦ ਟੌਪ ਆਫ ਦੈਟ ਆਈ ਥਿੰਕ ਇਟਸ ਅ ਗ੍ਰੇਟ ਵੇ ਟੂ ਕ੍ਰੀਏਟ ਲਾਸਟਿੰਗ ਮੈਮਰੀਜ਼ ਸੋ ਇਹ ਆ ਗਿਆ ਸਾਡਾ ਓਪੀਨੀਅਨ ਬੇਸਡ ਕੁਐਸਚਨ ਦਾ ਇੱਕ ਐਗਜ਼ਾਮਪਲ ਸੋ ਯੂ ਸੀ ਕਿੱਦਾਂ ਇਹ ਕਨੈਕਟਰਸ ਯੂਜ਼ ਕਰਕੇ ਮੈਂ ਆਪਣੇ ਇੱਕ ਸਿੰਪਲ ਜਿਹੇ ਆਨਸਰ ਨੂੰ ਬੜਾ ਹੀ ਇੰਪ੍ਰੈਸਿਵ ਬਣਾ ਲਿਆ ਸੋ ਤੁਸੀਂ ਵੀ ਇਦਾਂ ਕਨੈਕਟਰਸ ਨੂੰ ਯੂਜ਼ ਕਰਕੇ ਆਪਣੇ ਸਿੰਪਲ ਆਨਸਰਸ ਨੂੰ ਇੰਪ੍ਰੈਸਿਵ ਬਣਾਓ So tip number 2 is complex use of tenses. So ਬਹੁਤ ਵਾਰੀ ਬੱਚੇ ਸਪੀਕਿੰਗ ਦੇ ਵਿੱਚ ਸਿੰਪਲ ਪ੍ਰੈਜ਼ੈਂਟ ਸਿੰਪਲ ਪਾਸਟ ਜਾਂ ਸਿੰਪਲ ਫਿਊਚਰ 'ਚ ਹੀ ਗੱਲਾਂ ਕਰਦੇ ਨੇ ਰਾਈਟ ਸੋ ਇਹ ਜਿਹੜਾ ਤੁਹਾਡੇ ਬਹੁਤ ਸਿੰਪਲ ਸੈਂਟੈਂਸਸ ਨੇ ਬਟ ਆਈ ਵੁੱਡ ਸੁਜੈਸਟ instead of using these tenses you use present perfect tense ਜਾਂ present perfect continuous tense ਜਾਂ ਫਿਰ conditionals right ਇਹਨਾਂ ਦੇ ਨਾਲ ਤੁਹਾਡਾ ਜਿਹੜਾ sentences ਹੈ ਉਹ ਬਹੁਤ ਹੀ accurate ਹੋ ਜਾਣਗੇ and definitely it will give a complex edge to your sentences and you will also showcase a wider range of grammar to the examiner ਸੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਿਹੜਾ ਹੈ ਵਨ ਆਫ ਦ ਸਿੰਪਲੈਸਟ ਟੈਂਸ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਕੀ ਹੈ ਅਸੀਂ ਕਦ ਯੂਜ਼ ਕਰਦੇ ਜਦ ਇੱਕ ਪਾਸਟ 'ਚ ਐਕਸ਼ਨ ਸ਼ੁਰੂ ਹੋਇਆ ਔਰ ਪ੍ਰੈਜ਼ੈਂਟ 'ਚ ਵੀ ਕੰਟੀਨਿਊ ਹੋ ਰਿਹਾ ਜਿੱਦਾਂ ਮਰਜ਼ੀ ਮੈਂ ਕਹਿੰਦੀ ਵੀ ਮੈਂ ਇੱਥੇ ਪਿਛਲੇ 10 ਸਾਲਾਂ ਤੋਂ ਰਹਿ ਰਹੀ ਹਾਂ ਸੋ ਪਾਸਟ 10 ਸਾਲਾਂ ਤੋਂ ਐਕਸ਼ਨ ਸ਼ੁਰੂ ਹੋਇਆ ਔਰ ਹੁਣ ਵੀ ਉੱਥੇ ਰਹਿ ਰਹੀ ਹਾਂ ਸੋ ਇਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਹੈ ਔਰ ਇਹਨੂੰ ਤੁਸੀਂ ਆਪਣੇ ਸੈਂਟੈਂਸਸ 'ਚ ਯੂਜ਼ ਕਰਨਾ ਹੈ ਫॉर ਐਗਜ਼ਾਮਪਲ ਕਿ ਜਦ ਵੀ ਐਗਜ਼ਾਮਨਰ ਤੁਹਾਨੂੰ ਪੁੱਛਦਾ ਹੈ ਕਿ ਡੂ ਯੂ ਵਰਕ ਤੁਸੀਂ ਐਗਜ਼ਾਮਨਰ ਨੂੰ ਕਹਤਾ ਕਿ ਯੈਸ ਆਈ ਵਰਕ ਤੇ ਫਿਰ ਵੇਅਰ ਡੂ ਯੂ ਵਰਕ ਨੈਕਸਟ ਕੁਐਸਚਨ ਤੁਸੀਂ ਕਹਤਾ ਆਈ ਵਰਕ ਇਨ ਅ ਕੰਪਨੀ ਆਈ ਵਰਕ ਇਨ ਐਨ ਇੰਸਟੀਟਿਊਟ ਆਈ ਵਰਕ ਇਨ ਅ ਸਕੂਲ ਕੁਝ ਵੀ ਤੁਸੀਂ ਜਵਾਬ ਦੇ ਦਿੱਤਾ ਹੁਣ ਇੱਥੇ ਗੱਲ ਖਤਮ ਨਹੀਂ ਕਰਨੀ ਇਹ ਬਹੁਤ ਸਿੰਪਲ ਟੈਂਸ ਹੈ ਇਹਨੂੰ ਅਸੀਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਨਾਲ ਹੋਰ ਇਹਨੂੰ ਕੰਪਲੈਕਸ ਬਣਾਉਣਾ ਹੈ ਤੁਸੀਂ ਇੱਦਾਂ ਕਹਿ ਸਕਦੇ ਹੋ ਆਈ ਵਰਕ ਇਨ ਅ ਕੰਪਨੀ ਐਂਡ ਆਈ ਹੈਵ ਬੀਨ ਵਰਕਿੰਗ ਦੇਅਰ ਫॉर 3 ਇਅਰਸ ਹੁਣ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਸਾਡਾ ਸਿੰਪਲ ਸੈਂਟੈਂਸ ਕੰਪਲੈਕਸ ਵੀ ਬਣ ਗਿਆ ਔਰ ਸਾਡੇ ਸੈਂਟੈਂਸ ਦੇ ਵਿੱਚ ਅਸੀਂ ਐਗਜ਼ਾਮਨਰ ਨੂੰ ਇੱਕ ਹੋਰ ਵਾਈਡਰ ਰੇਂਜ ਆਫ ਗ੍ਰਾਮਰ ਸ਼ੋਕੇਸ ਕਰਤੀ ਐਂਡ ਮੋਰ ਓਵਰ ਤੁਹਾਨੂੰ ਇਸ ਸੈਂਟੈਂਸ ਵਿੱਚ ਕੰਪਲੈਕਸ ਐਜ ਮਿਲ ਗਿਆ ਰਾਈਟ ਸੋ ਤੁਸੀਂ ਇਦਾਂ ਹੀ ਆਪਣੇ ਸੈਂਟੈਂਸਸ ਨੂੰ ਸਿੰਪਲ ਪ੍ਰੈਜ਼ੈਂਟ ਸਿੰਪਲ ਪਾਸਟ ਦੀ ਜਗ੍ਹਾ try to use present perfect continuous and present perfect tense एक और example देखते हैं do you think exercise is important as far as exercise is concerned it is important because it strengthens our muscles enhance flexibility and contribute to our overall well-being. What's more, I have been working out in one of the gyms in my area for an year and it has benefited me a lot. ਹੁਣ ਤੁਸੀਂ ਦੇਖੋ ਇਹ 'ਚ ਮੈਂ ਆਪਣੇ ਆਨਸਰ ਨੂੰ ਦੇਣ ਤੋਂ ਪਹਿਲਾਂ ਇੱਕ ਕਰੈਕਟਰ ਯੂਜ਼ ਕੀਤਾ as far as exercise is concerned ਉਸ ਤੋਂ ਬਾਅਦ what's more adding information ਲਈ ਮੈਂ what's more use ਕਰਤਾ ਹੈ and ਉਸ ਤੋਂ ਬਾਅਦ ਦੇਖੋ ਮੈਂ I have been working out so present perfect continuous sentence ਲਗਾਇਆ and ਨਾਲ present perfect has benefited me a lot present perfect tense so ਦੋਨੋਂ sentences ਦਾ combination ਦੇ ਨਾਲ ਮੇਰਾ simple sentence ਬਹੁਤ ਹੀ beautify ਹੋ ਗਿਆ ਔਰ complex ਹੋ ਗਿਆ So tip number 3 is use idiomatic expressions or phrases. Now what are these idiomatic phrases? ਇਹਨਾਂ ਦੇ ਜਿਹੜੇ words ਜੋ meaning express ਕਰਦੇ ਨੇ that is not the meaning. The actual meaning is different from the individual words. For example देखो
a piece of cake. ਹੁਣ piece of cake ਦਾ ਮਤਲਬ ਤੁਹਾਨੂੰ ਲੱਗੇਗਾ ਕਿ ਕੇਕ ਦਾ ਪੀਸ ਜਾਂ ਟੁਕੜਾ, ਬਟ ਇਹਦਾ ਐਕਚੁਅਲ ਮੀਨਿੰਗ ਹੈ ਈਜ਼ੀ, ਜਿਵੇਂ ਕਿ the exam was a piece of cake। ਇੱਕ ਹੋਰ ਐਗਜ਼ਾਮਪਲ ਦੇਖੋ, ਕਿਕ ਦ ਬਕਟ। ਹੁਣ ਕਿਕ ਦ ਬਕਟ ਦਾ ਮਤਲਬ ਇਹ ਨਹੀਂ ਹੈ ਬਾਲਟੀ ਨੂੰ ਲੱਤ ਮਾਰਨੀ, ਇਟ ਮੀਨਸ ਟੂ ਡਾਈ। His grandfather kicked the bucket at the age of 60, right? So ਇਹ ਨੇ ਸਾਡੇ idiomatic phrases। ਹੁਣ ਕਿੰਨੇ idiomatic phrases use ਕਰਨੇ, ਜ਼ਿਆਦਾ ਤੁਸੀਂ use ਨਹੀਂ ਕਰਨੇ, just one or two। ਹੁਣ ਤੁਹਾਨੂੰ ਇਹਦੇ ਪ੍ਰੈਕਟਿਸ ਕਰਨੀ ਪੈਣੀ ਹੈ। ਯੂ ਨੀਡ ਟੂ ਹੈਵ ਥੀਸ ਇਡੀਓਮੈਟਿਕ ਫਰੇਜ਼ਸ ਇਨ ਯੋਰ ਪੋਕਟ, ਪ੍ਰੈਕਟਿਸ them, ਬਿਕਾਜ਼ ਦੇਖੋ ਜੇ ਤੁਸੀਂ ਬੈਂਡ ਸਕੋਰ ਅੱਛਾ ਚਾਹੁੰਦੇ ਹੋ, ਯੂ ਨੀਡ ਟੂ ਪ੍ਰੈਕਟਿਸ ਥੀਸ ਇਡੀਓਮੈਟਿਕ ਫਰੇਜ਼ਸ, ਤਾਂ ਕਿ ਤੁਸੀਂ ਆਪਣੇ ਆਨਸਰ ਦੇ ਹਿਸਾਬ ਨਾਲ ਇਡੀਓਮੈਟਿਕ ਫਰੇਜ਼ ਆਪਣੇ ਐਗਜ਼ਾਮਪਲ 'ਚ ਆਨਸਰ 'ਚ ਯੂਜ਼ ਕਰ ਪਾਓ। ਹੁਣ ਦੇਖਦੇ ਹਾਂ ਇੱਕ ਹੋਰ ਐਗਜ਼ਾਮਪਲ, ਤੇ ਦੇਖਦੇ ਹਾਂ ਕਿੱਦਾਂ ਅਸੀਂ ਇਡੀਓਮੈਟਿਕ ਫਰੇਜ਼ ਨੂੰ ਯੂਜ਼ ਕਰਕੇ ਆਪਣੇ ਆਨਸਰ ਨੂੰ ਅੱਛਾ ਬਣਾ ਸਕਦੇ ਹਾਂ। ਸੋ ਕੁਐਸਚਨ ਹੈ ਸਾਡਾ, ਵਾਈ ਡੂ ਯੂ ਲਾਈਕ ਯੋਰ ਨੇਬਰ? I like my neighbor because they are always willing to lend a hand. We often see eye to eye on things. Additionally, we have been through thick and thin together and the luckiest to have such a neighbor. ਹੁਣ ਤੁਸੀਂ ਦੇਖੋ ਮੈਂ idiomatic expression use ਕੀਤਾ eye to eye। Eye to eye means ਜਦ ਸਾਡੇ same opinion ਹੋਵੇ, same ਨਜ਼ਰੀਆ ਹੋਵੇ, same ਸੋਚ ਹੋਵੇ, ਤਦ ਅਸੀਂ use ਕਰਦੇ eye to eye। Additionally, ਮੈਂ connector use ਕੀਤਾ, then we have been through thick and thin। थिक एंड थिन मीनस सुख दुख, एंड नॉलेज देखो हैव बीन मैं यूज किया प्रेजेंट परफेक्ट टेंस का। सो इस तरीके नाल तुसी इडियोमैटिक एक्सप्रैशनस फ्रेजेस यूज करके अपने सेंटेंस ਨੂੰ कॉम्प्लेक्स बना सकते हो। सो वेरी ईजी, वेरी इफेक्टिव। सो थैंक यू फॉर वॉचिंग दिस वीडियो। ਇਹ ਸੀ ਸਾਡੇ ਅੱਜ ਦੇ ਟਿਪਸ। ਹੋਰ ਵੀ ਬਹੁਤ ਸਾਰੇ ਟਿਪਸ ਨੇ ਜੋ ਮੈਂ ਤੁਹਾਨੂੰ ਅਪਕਮਿੰਗ ਵੀਡੀਓਜ਼ 'ਚ ਤੁਹਾਡੇ ਨਾਲ ਡਿਸਕਸ ਕਰਾਂਗੀ। ਫਿਲਹਾਲ ਤੁਸੀਂ ਇਹਨਾਂ ਟਿਪਸ ਤੇ ਵਰਕ ਕਰੋ ਔਰ ਆਪਣੀ ਸਪੀਕਿੰਗ ਸਕਿੱਲਸ ਨੂੰ ਇਨਹੈਂਸ ਕਰੋ। ਸੋ ਜਲਦੀ ਮਿਲਦੇ ਹਾਂ ਹੋਰ ਇੱਕ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਸਬਸਕ੍ਰਾਈਬ ਅਵਰ ਚੈਨਲ, ਲਾਈਕ ਇਟ, ਸ਼ੇਅਰ ਇਟ ਵਿਦ ਯਰ ਫਰੈਂਡਸ ਐਂਡ ਫੈਮਿਲੀ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।